ਮੋਦੀ ਨੂੰ ਮੈਂ ਤੇ ਇੱਕ ਸੁਨੇਹਾ ਦੇਣਾ ਚਾਹ ਰਿਹਾ ਕਿ ਮੋਦੀ ਭੈਣ ਦੀ ਕੁੱਤੀ ਮਾਰਿਆ ਬੱਚਾ ਤੇਰੀ ਭੈਣ ਨੂੰ ਕਲੰਦਰ ਮਾਰਿਆ। ਤੈਨੂੰ ਪਤਾ ਹੀ ਨਹੀਂ ਇੱਥੇ ਚਾਟੀ ਸਾਈ ਰੰਗੇ ਸਮੁੰਦਰ ਸਾਈ ਰੰਗੇ ਮਲੰਗ ਲੱਗੇ ਪੈਦੇ ਜਿਹਨਾਂ ਬੂਟੀਆਂ ਮਕਾ ਦਿੱਤੀਆਂ ਪੰਜਾਬ ਦੀਆਂ, ਤੈਨੂੰ ਪਤਾ ਹੀ ਨਹੀਂ ਲੱਗਾ। ਬਿਲਰਨ ਦਾ ਤਰੀਕਾ ਹੀ ਨਹੀਂ ਮਿਲਿਆ। ਜਾਂ ਪੁੱਤਰਾ ਵੀ ਤੂੰ ਸਿੱਧਾ ਹੋ ਗਿਆ ਲੜ ਭਨਵਈਆਂ ਨਾਲ, ਤੈਨੂੰ ਪਤਾ ਲੱਗੇ ਵੀ ਮਲੰਗਾ ਦਾ ਇਹ ਤੇ ਮਲੰਗ ਹੀ ਨਹੀਂ ਅੱਗੇ, ਤੂੰ ਤਾਂ ਫੌਜ ਦੇ ਦੁਆਰੇ। ਬੜਾ ਨੁਕਸਾਨ ਫਸਲਾਂ ਦਾ ਹੋ ਗਿਆ। ਫਤੂਈ ਵਾਲਾ ਕੁਜੀਆਂ ਦਾ ਡੁੱਬ ਗਏ ਨੇ, ਵੱਲੇ ਵਾਲਾ ਕਿਲਸੀ ਡੁੱਬ ਗਏ ਨੇ। ਸਾਡੀਆਂ 5-7 ਕਿੱਲੇ ਗੰਢੀਆਂ ਡੁੱਬ ਗਈਆਂ, ਨਾਲ ਤੇਲ ਡੁੱਬ ਗਏ ਨੇ, ਮੂਲੀਆਂ ਡੁੱਬ ਗਈਆਂ ਨੇ, ਮਕਈ डूब गई, बाल डंगर उड़ गया। ये इंजेक्शन अगर प्राइवेट फार्मर लेगा तो 9,500 का 9,500 से अभाव इसकी कीमत है। ये हमें गवर्नमेंट ने फ्री प्रोवाइड किया और हम फ्री गवर्नमेंट फार्मर को जाके लगवाते हैं। जिम्मेदार तो बिल्कुल खुलेगा चलेगा, जानवर का 1,000 रुपया देना पड़ेगा। टू एक्सप्लोर कसूर, जैसा कि आपको मालूम है जब से सैलाबी सूरत पैदा हुई है दरियाई सतलुज में, तो हम कोशिश कर रहे हैं कि आपको ज़्यादा से ज़्यादा सैलाब से मुतासरा इलाकों का विजिट करवा सके, वहाँ के हालातों वाक़यात बता सके। आज हम मौजूद हैं गाँव रतने वाला में, जहाँ पर हर तरफ पानी पानी मौजूद है। तो आए आपकी मुलाकात करवाते हैं यहाँ से रहायशियों से और उनसे बात करते हैं कि उनको किन मुश्किलात का सामना है और हुकूमत की तरफ से क्या इमदाद की गई है। अच्छा चाचा जी, पानी आने कितने दिन हो गए? हो गए 12-14 दिन। अच्छा तो पानी का बहाव मतलब ये वादा पे तो घट होना पिया। सही हो गया। ਤੇ ਕੋਈ ਨੁਕਸਾਨ ਹੋਇਆ ਇੱਥੇ ਆਪਣੇ ਪਿੰਡ? ਬੜਾ ਨੁਕਸਾਨ ਫਸਲਾਂ ਦਾ ਹੋ ਗਿਆ, ਪੈਲੀ ਬੜੀ ਬਰਬਾਦ ਕਰਤੀ। ਠੀਕ ਹੋ ਗਿਆ। ਤੇ ਹੁਕੂਮਤ ਦੀ ਤਰਫੋਂ ਕਿਹਾ ਜਾਂਦਾ ਵੀ ਇਮਦਾਦ ਦਿੱਤੀ ਹਰ ਕਿਸਮ ਦੀ? ਹਾਂ, ਹੁਕੂਮਤ ਬਹੁਤ ਇਮਦਾਦ ਦੇ ਰਹੀ ਹੈ। ਉਹਨਾਂ ਕੈਂਪ ਵੀ ਲਾਏ ਨੇ ਡਾਕਟਰਾਂ ਦੇ, ਪਟਵਾਰੀ ਵੀ ਫਿਰਦੇ ਨੇ ਨਾਲ, ਕਿਸ਼ਤੀਆਂ ਵਾਲੇ ਵੀ ਫਿਰਦੇ ਨੇ। ਹੁਕੂਮਤ ਇਮਦਾਦ ਸਹੀ ਕਰ ਰਹੀ। ਕੋਈ ਨਜ਼ਦੀਕੀ ਕੈਂਪ ਹੈਗਾ ਇੱਥੇ? ਕਾਹਦਾ? ਕੋਈ ਇੱਥੇ ਮਤਲਬ ਇਮਦਾਦੀ ਕੈਂਪ ਨਜ਼ਦੀਕ ਲੱਗਿਆ ਹੋਵੇ? ਅੱਗੇ ਇੱਥੇ ਵਾਰਤਾ ਗਏ ਤੇ ਇੱਥੇ ਡਾਕਟਰ ਬੈਠੇ ਨੇ। ਸਹੀ ਹੋ ਗਿਆ। ਤੇ ਲਾਂਚਾਂ ਦੇ ਜ਼ਰੀਏ ਉਧਰ ਕੋਈ ਬੰਦੇ ਹੈਗੇ ਤੇ ਸਾਰੇ? ਹਾਂ, ਲਾਂਚਾਂ ਬਿਲਕੁਲ ਫਿਰਦੀਆਂ ਨੇ, ਉਹ ਬਸਤੀ ਵਾਲੇ ਬੈਠੇ ਨੇ, ਉੱਥੋਂ ਲਾਂਚਾਂ ਜਿਹਨੇ ਲਿਆਣੀ ਲਿਆ ਸਕਦੇ। सही हो गया। तो उधर आवाम सारी इधर माइग्रेट करते आ चुकी आवाम कोनी है, कोई बिरला भावे कोनी है दरिया जपा ते मवेशियां ली चारा चूरा उन्हें दवाई वगैरह सारी मिलदी पई? चारा चूरा देते कोनी है, पिछा कोई भावे मिलदा मुलदा, बंदे आदि तेज मुताज कर रहे हैं। हुकूमत दी तरफ क्या गया ना भी असी वंडा भी देने पे, चारा भी देने पे? इत्थे दा कोनी पिंड च देंदे, पिछा पिंडा च देंदे ने, पता नहीं। ते अपने नजदीकी पिंड कोई मतलब उथे ज्यादा खतरा होवे या पानी दा खतरा देखो ये ज्यादा कोनी हैगा। इत्थे रतने वाला है ਜਾਂ ਪਿਛਾ ਮਿਸਾਲ ਹੈ ਭੇਡੀਆਂ ਸਮਾਨ ਨੂੰ ਜ਼ਿਆਦਾ ਖਤਰਾ ਹੈ। ਠੀਕ ਹੋ ਗਿਆ। ਤੇ ਇਹ ਗੰਡਾ ਸਿੰਘ ਤੋਂ ਜਿੱਥੋਂ ਪਾਣੀ ਨਿਕਲਦਾ ਉੱਥੇ ਕੁਝ ਪਿੰਡ ਡੁੱਬੇ ਨੇ, ਉਹਨਾਂ ਦੇ ਬਾਰੇ ਤੁਹਾਨੂੰ ਕੋਈ ਪਤਾ ਹੈਗਾ? ਬਸ ਇੰਨਾ ਹੀ ਹੈ ਵੀ ਫਤੂਈ ਵਾਲਾ ਤੇ ਕੁਜੀਆਂ ਵਾਲਾ ਡੁੱਬ ਗਏ ਨੇ, ਵੱਲੇ ਵਾਲਾ ਕਿਲਚੀ ਡੁੱਬ ਗਏ ਨੇ। ਉਹਨਾਂ ਦਾ ਇੱਥੋਂ ਕਿੰਨਾ ਕੁ ਫਾਸਲਾ ਹੈ? ਇੱਥੇ ਹੈਗਾ ਉਹਨਾਂ ਦਾ ਮਿਸਾਲ ਤੋਂ ਤੇ 18-20 ਕਿਲੋ ਦਾ। ਇੱਕ ਹੋਰ ਚਾਚਾ ਜੀ ਸਾਡੇ ਕੋਲ ਮੌਜੂਦ ਨੇ ਜਿਨ੍ਹਾਂ ਦਾ ਹਵੇਲੀ ਵਗੈਰਾ ਸਾਰੇ ਮਤਲਬ ਜ਼ਮੀਨ ਵਗੈਰਾ ਦਰਿਆ ਪਾਰਲੀ ਸਾਈਡ ਤੇ ਹੈਗੀ ਸੀ, ਲੇਕਿਨ ਉਹ ਹਿਜਰਤ ਕਰਤੇ ਇੱਥੇ ਆਏ ਹੋਏ ਨੇ। ਉਹਨਾਂ ਕੋਲ ਪੁੱਛਨੇ ਆ ਉਹਨਾਂ ਦਾ ਸਰਕਟ ਕਿਵੇਂ ਚੱਲਦਾ ਪਿਆ ਜ਼ਿੰਦਗੀ ਦਾ, ਤੇ ਡੰਗਰਾਂ ਲਈ ਕੋਈ ਇਮਦਾਦ ਵਗੈਰਾ ਆਈ ਹੈ, ਵੰਡਾ ਵਗੈਰਾ ਆਇਆ ਜਾਂ ਨਹੀਂ? ਜੀ ਚਾਚਾ ਜੀ, ਕਿੰਨੇ ਦਿਨ ਹੋ ਗਏ ਤੁਮ ਦਰਿਆ ਤੋਂ ਇੱਧਰ ਆਇਆ? ਇੱਧਰ ਹੋ ਗਿਆ 10-15 ਦਿਨ ਜਿਹੜਾ ਪਾਣੀ ਚੜਿਆ। ਸਹੀ ਹੋ ਗਿਆ। ਤੇ ਪਾਣੀ ਦਾ ਬਹਾਅ ਕਿੰਨਾ ਕੁ ਹੈਗਾ ਹੁਣ, ਕਿੰਨਾ ਕੁ ਚੱਲਦਾ ਪਿਆ? ਕੋਈ ਵਾਧਾ ਪਿਆ ਘਟਦਾ ਪਿਆ? ਪਾਣੀ ਹੁਣ ਨਾ ਥੋੜਾ ਜਿਹਾ ਘਟਦਾ ਪਿਆ। ਸਹੀ ਹੋ ਗਿਆ। ਕਿੰਨੇ ਦਿਨ ਹੋ ਗਏ ਘਟਦਾ ਪਿਆ? ਕੱਲ ਪਰਸੋਂ ਦਾ ਘਟਣ ਲੱਗਾ, ਕੱਲ ਦਾ। ਸਹੀ। ਤੇ ਹਵੇਲੀ ਵਗੈਰਾ ਤਾਂ ਤੁਹਾਡੀ ਉਧਰ ਰਹਿ ਗਈ, ਜ਼ਮੀਨ ਸਾਰੀ ਤੁਹਾਡੀ ਉਧਰ ਹੈ, ਤੇ ਇੱਧਰ ਹੁਣ ਕਿਵੇਂ ਰਹਿੰਦੇ ਪਿਆ ਜੀ? ਕੋਈ ਹੈਗਾ ਇੰਤਜ਼ਾਮ ਵਗੈਰਾ ਹੁਕੂਮਤ ਦੀ ਤਰਫੋਂ? ਕੋਈ ਨਹੀਂ ਤਰਫ ਹੋਏਗਾ, ਕੋਈ ਇਮਦਾਦ ਵਗੈਰਾ ਨਹੀਂ ਆਈ ਇੱਥੇ? ਕੋਈ ਨਹੀਂ ਆਈ। ਹੁਕੂਮਤ ਨੇ ਕੋਈ ਸਪੋਰਟ ਨਹੀਂ ਕੀਤਾ ਤੁਹਾਨੂੰ? ਨਹੀਂ। ਮਰੀਮ ਬੀਬੀ ਤਾਂ ਬੜੇ ਵਾਅਦੇ ਕਰਦੀ ਪਈ ਆਵਾਮ ਨਾਲ, ਬੜੀ ਅਸੀਂ ਸਪੋਰਟ ਕਰਨੇ ਪਏ, ਤੁਹਾਡੇ ਤੱਕ ਇਮਦਾਦ ਨਹੀਂ ਪਹੁੰਚਦਾ। ਤੇ ਡੰਗਰਾਂ ਦੇ ਮੈਂ ਸੁਣਿਆ ਤੁਸੀਂ ਕਹਿੰਦੇ ਪੈਸੇ ਅੱਗੇ ਬਿਮਾਰੀਆਂ ਵਗੈਰਾ ਵਾਵਾ ਫੈਲੀਆਂ ਹੋਈਆਂ, ਤੇ ਬਿਮਾਰੀਆਂ ਦੇ ਕੋਈ ਡਾਕਟਰ ਮੌਜੂਦ ਹੈਗਾ ਇੱਥੇ? ਹਾਂਜੀ ਹੈਗੇ। ਸਹੀ। ਤੇ ਦਵਾਈ ਵਗੈਰਾ ਦਿੰਦੇ ਪਏ ਡੰਗਰਾਂ ਨੂੰ? ਜੀ। ਤੇ ਉਸ ਤੋਂ ਇਲਾਵਾ ਡੰਗਰਾਂ ਦਾ ਚਾਰਾ ਵਗੈਰਾ ਸਾਰਾ ਕੁਝ ਤਾਂ ਤੁਹਾਡੇ ਪਿੱਛੇ ਰਹਿ ਗਿਆ, ਤੇ ਹੁਣ ਕੋਈ ਵੰਡਾ ਵਗੈਰਾ ਚਾਰਾ ਵਗੈਰਾ ਹੁਕੂਮਤ ਦੀ ਤਰਫੋਂ ਮਿਲਦਾ ਪਿਆ ਤੁਹਾਨੂੰ? ਨਹੀਂ। ਨਾਜ਼ਰੀਨ, ਇੱਕ ਹੋਰ ਬਾਬਾ ਜੀ ਸਾਡੇ ਕੋਲ ਮੌਜੂਦ ਨੇ ਜੋ ਕਿ ਆਪ ਦੁੱਖੜੇ ਸੁਣਾਉਂਦੇ ਪਏ ਸੀ ਕਿ ਕਿਵੇਂ ਉਹਨਾਂ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਬੜੀ ਮਿਹਨਤ ਨਾਲ ਕੁਝ ਤਿਲ ਬੀਜੇ ਸੀ ਜਿਹੜੇ ਸਾਰੇ ਪਾਣੀ ਦੀ ਵਜ੍ਹਾ ਤੋਂ, ਸੈਲਾਬ ਦੀ ਵਜ੍ਹਾ ਤੋਂ ਬਰਬਾਦ ਹੋ ਚੁੱਕੇ ਨੇ। ਤੇ ਇਹਨਾਂ ਕੋਲ ਪੁੱਛਨੇ ਆ ਕਿ ਕੀ ਨੁਕਸਾਨ ਹੋਇਆ ਹੈ ਤੇ ਕੀ ਇਹਨਾਂ ਨੂੰ ਮਦਦ ਮਿਲੀ ਹੈ। ਜੀ ਬਾਬਾ ਜੀ, ਕੀ ਤੁਹਾਡਾ ਨੁਕਸਾਨ ਹੋਇਆ ਹੈ? ਬਾਬਾ ਜੀ ਸਾਡੀਆਂ 5-7 ਕਿੱਲੇ ਗੰਢੀਆਂ ਡੁੱਬ ਗਈਆਂ। ਅੱਛਾ। ਨਾਲ ਤੇਲ ਡੁੱਬ ਗਏ ਨੇ, ਮੂਲੀਆਂ ਡੁੱਬ ਗਈਆਂ ਨੇ, ਮਕਈ ਡੁੱਬ ਗਈ, ਮਾਲ ਡੰਗਰ ਰੁੜ ਗਿਆ, ਤੇ ਕੋਈ ਮਦਦ ਨਹੀਂ ਆਈ ਸਾਡੇ ਤੇ ਕਰਾਈ। ਨਹੀਂ, ਹੁਕੂਮਤ ਦੀ ਤਰਫੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਇਮਦਾਦ ਦੇ ਰਹੇ ਹਾਂ, ਅਸੀਂ ਜਿੰਨੀ ਵੀ ਹੋ ਸਕਦੀ ਗਰੀਬਾਂ ਦੀ ਮਦਦ ਕਰ ਰਹੇ ਹਾਂ, ਤੁਹਾਡੇ ਤੱਕ ਕੋਈ ਇਮਦਾਦ ਨਹੀਂ ਪਹੁੰਚੀ? ਨਹੀਂ, ਇਹ ਕੋਈ ਨਹੀਂ ਪਹੁੰਚੀ। ਨਾਜ਼ਰੀਨ, ਜਿਵੇਂ ਕਿ ਤੁਹਾਨੂੰ ਪਤਾ ਹੈ ਇੰਡੀਆ ਦੀ ਹੱਟ ਦਰਮੀ ਬਰਕਰਾਰ ਹੈ, ਤੇ ਇੰਡੀਆ ਦੀ ਤਰਫੋਂ ਗੈਰ ਮੁਤਵੱਕਾ ਪਾਣੀ ਦੇ ਰੇਲੇ ਛੱਡ ਦਿੱਤੇ ਜਾਂਦੇ ਨੇ, ਜਿੰਦੀ ਵਜ੍ਹਾ ਤੋਂ ਪੰਜਾਬ ਤੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਵਕਤ ਸਾਡੇ ਕੋਲ ਕੁਝ ਲੋਕ ਮੌਜੂਦ ਨੇ ਜਿਨ੍ਹਾਂ ਦੀ ਸਾਰੀ ਪੈਲੀ ਪਾਣੀ ਦੇ ਥੱਲੇ ਆ ਚੁੱਕੀ ਹੈ, ਜ਼ੇਰੇ ਆਬ ਆ ਚੁੱਕੀ ਹੈ, ਜਿੰਦੀ ਵਜ੍ਹਾ ਤੋਂ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ।
ਤੇ ਇਹਨਾਂ ਕੋ ਪੁੱਛਨੇ ਉਹ ਮੋਦੀ ਨੂੰ ਕੀ ਕਹਿਣਾ ਚਾਹੁੰਦੇ ਨੇ ਤੇ ਹਕੂਮਤ ਨੂੰ ਕੀ ਕਹਿਣਾ ਚਾਹੁੰਦੇ ਨੇ। ਜੀ ਜਨਾਬ, ਕੀ ਤੁਹਾਡਾ ਨੁਕਸਾਨ ਹੋਇਆ ਹੈ ਤੇ ਕੀ ਕਾਰੋਬਾਰ ਕਰਦੇ ਸਾਜੇ ਤੇ ਕੀ ਹੋਣਾ ਤੁਹਾਡੇ ਮਤਲਬ ਨਿਜ਼ਾਮੇ ਜ਼ਿੰਦਗੀ ਕਿਵੇਂ ਚੱਲ ਰਿਹਾ? ਸਲਾਮ ਅਲੈਕੁਮ ਜੀ। ਅਸੀਂ ਸਾਡੀ ਜੀ ਖੇਤੀਬਾੜੀ ਦਾ ਕੰਮ ਹੈ, ਅਸੀਂ ਰਾਤ ਦਾ ਕਰਦੇ ਹਾਂ ਜੀ, ਕਦੀ ਮੂਲੀਆਂ, ਕਦੀ ਗਾਜਰਾਂ, ਕਦੀ ਝੋਨੇ ਬੀਜ ਲੈ। ਠੀਕ ਉਹ ਦਰਿਆਓਂ ਪਾਰ ਆ, ਤੁਸੀਂ ਪਾਣੀ ਪਿੱਛੇ ਵੇਖ ਰਹੇ ਜੇ। ਹਾਂਜੀ। ਇਹਦੇ ਚ ਤਕਰੀਬਨ ਉਹ ਕਾਫੀ ਦੂਰ ਦਰਖਤ ਨਜ਼ਰ ਆ ਰਿਹਾ, ਉੱਥੇ ਕੋਲ ਅਸੀਂ ਪੈਲੀਆਂ ਬੀਜਦੇ ਸਾਂ। ਸਹੀ। ਤੇ ਅੱਜ ਕੱਲ ਤੇ ਉਹ ਸਾਰੀਆਂ ਫਿਰ ਬੰਦ ਹੋ ਗਈਆਂ। ਤੁਹਾਡੇ ਸਾਹਮਣੇ ਇੱਥੇ ਆਏ ਖਲੇ ਆ ਤੇ ਜੇ ਮੋਦੀ ਨੂੰ ਮੈਂ ਤੇ ਇੱਕ ਸੁਨੇਹਾ ਦੇਣਾ ਚਾਹ ਰਿਹਾ ਕਿ ਮੋਦੀ ਭੈਣ ਦੀ ਕੁੱਤੀ ਮਾਰਿਆ ਬੱਚਾ, ਤੇਰੀ ਭੈਣ ਨੂੰ ਕਲੰਦਰ ਮਾਰਿਆ ਵੀ ਤੈਨੂੰ ਹੋਰ ਲੜਨ ਦਾ ਤਰੀਕਾ ਹੀ ਨਹੀਂ ਮਿਲਿਆ। ਦਾ ਪੁੱਤਰਾ ਵੀ ਤੂੰ ਸਿੱਧਾ ਹੋ ਗਿਆ ਲੜ ਭਨਵਈਆਂ ਨਾਲ, ਤੈਨੂੰ ਪਤਾ ਲੱਗੇ ਵੀ ਮਲੰਗਾ ਦਾ ਇਹ ਤੇ ਮਲੰਗ ਹੀ ਨਹੀਂ ਅੱਗੇ ਆਏ, ਤੂੰ ਤਾਂ ਫੌਜ ਦੇ ਦੁਆਲੇ। ਤੁਹਾਡੇ ਕਹਿਣ ਦਾ ਮਤਲਬ ਹੈ ਮੋਦੀ ਕੋ ਉਵੇਂ ਨਹੀਂ ਲੜਿਆ ਜਾਂਦਾ ਤਾਂ ਪਾਣੀ ਦੇ ਜ਼ਰੀਏ ਜੰਗ ਕਰਦਾ। ਜੀ ਸਰ, ਇਹ ਬੁਜ਼ਦਲਾਂ ਨਾਲ ਕੰਮ ਹੈ। ਪਿੱਛੇ ਇਹਨੇ ਬਾਲਾਂ ਤੇ ਹਮਲਾ ਕੀਤਾ, ਇਹਨੂੰ ਸ਼ਰਮ ਨਹੀਂ ਆਈ ਕੰਜਰਾਂ ਨੂੰ ਵੀ ਅਸੀਂ ਤੇ ਇਹ ਫਿਲਮਾਂ ਜਾ ਰਹੇ ਫਿਰਦੇ ਜੀ, ਅਸੀਂ ਇੱਕ ਲੋਟਾ ਪਾਣੀ ਛੱਡੀਏ ਪਾਕਿਸਤਾਨ ਡੁੱਬ ਜਾਏ। ਉਹ ਕੰਜਰ ਦਾ ਪੁੱਤਰਾ, ਤੈਨੂੰ ਪਤਾ ਹੀ ਨਹੀਂ ਲੱਗਾ ਮਲੰਗ ਦਾ ਤੇ 3 ਲੋਟੇ ਤੇ ਪਾਣੀ ਦਿਹਾੜੀ ਮਲੰਗ ਲੈ ਪੀ ਕੇ ਸੌਂਦਾ। ਬਿਲਕੁਲ ਤੇਰਾ ਪੁੱਤਰਾ, ਤੈਨੂੰ ਪਤਾ ਹੀ ਨਹੀਂ ਇੱਥੇ ਝਾਟੀ ਸਾਈ ਰੰਗੇ, ਸਮੁੰਦਰ ਸਾਈ ਰੰਗੇ ਮਲੰਗ ਲਗੇ ਫਿਰਦੇ ਜਿਨ੍ਹਾਂ ਬੂਟੀਆਂ ਮਕਾ ਦਿੱਤੀਆਂ ਪੰਜਾਬ ਦੀਆਂ, ਤੈਨੂੰ ਪਤਾ ਹੀ ਨਹੀਂ ਲੱਗਾ। ਬਿਲਕੁਲ। ਇਹਦਾ ਮਤਲਬ ਇਹ ਟਕਰੇ ਨਹੀਂ ਸਾਲਿਆ। ਇਹਦਾ ਮਤਲਬ ਹੈ ਵੀ ਪਾਕ ਫੌਜ ਜੇ ਤੁਹਾਨੂੰ ਆਪਦੇ ਨਾਲ ਲੜਨ ਦਾ ਮੌਕਾ ਦੇਵੇ ਤੇ ਅਸੀਂ ਸਾਰਾ ਇੰਡੀਆ ਕੱਲੇ ਤਬਾਹ ਕਰ ਸਕਦੇ ਜੀ। ਸਾਨੂੰ ਇਹ ਅੱਲਾਹ ਦੀ ਜ਼ਾਤ ਤੇ ਸ਼ੁਕਰ ਹੈ ਤੇ ਮੌਲਾ ਅਲੀ ਤੇ ਈਮਾਨ ਹੈ ਸਾਡਾ। ਬਿਲਕੁਲ। ਤੇ ਇਹਦਾ ਮਤਲਬ ਹੈ ਪਾਕ ਫੌਜ ਨੂੰ ਚਾਹੀਦਾ ਤੁਹਾਡੇ ਵਰਗੇ ਮੁਹੱਬੇ ਵਤਨ ਪਾਕਿਸਤਾਨੀਆਂ ਨੂੰ ਆਪਦੇ ਨਾਲ ਗੱਲ ਹੈ ਕਿ ਅੱਲਾਹ ਨਾ ਉਹਨਾਂ ਤੇ ਐਸਾ ਵਕਤ ਲਿਆਵੇ ਕਿ ਉਹਨਾਂ ਨੂੰ ਸਾਡੀ ਜ਼ਰੂਰਤ ਪਵੇ, ਕਿਉਂਕਿ ਪਾਕ ਫੌਜ ਜ਼ਿੰਦਾਬਾਦ, ਸਲਾਮ ਹੈ ਸਾਡੀ ਫੌਜ ਨੂੰ। ਠੀਕ ਗੱਲ ਇਹ ਹੈ ਕਿ ਨਾ ਉਹਨਾਂ ਤੇ ਅੱਲਾਹ ਐਸਾ ਵਕਤ ਲਿਆਵੇ, ਜੇ ਲਿਆਵੇ ਵੀ ਤੇ ਅਸੀਂ ਹਾਜ਼ਰ ਹਾਂ। ਠੀਕ ਹੋ ਗਿਆ, ਬਹੁਤ ਅੱਛੀ ਗੱਲ ਹੈ। ਮਾਸ਼ਾਅੱਲਾ ਬੜਾ ਪਿਆਰ ਹੈ ਤੁਹਾਡਾ ਪਾਕਿਸਤਾਨ ਨਾਲ। ਤੇ ਤੁਹਾਡਾ ਹੁਣ ਜਿਹੜਾ ਸਲਾਬ ਦੀ ਵਜ੍ਹਾ ਤੋਂ ਨੁਕਸਾਨ ਹੋ ਗਿਆ ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਹਕੂਮਤ ਅੱਗੇ ਅਪੀਲ ਹੈ ਜੀ ਕੋਈ ਨਜ਼ਰ ਅੰਦਾਜ਼ ਕਰੇ, ਕੋਈ ਸਾਡੇ ਵੱਲੇ ਵੀ ਨਜ਼ਰਸਾਨੀ ਕਰੇ। ਹਾਂ, ਨਜ਼ਰਸਾਨੀ ਕਰੇ, ਕੋਈ ਸਾਡੇ ਬਾਰੇ ਵੀ ਸੋਚੇ। ਚਲੋ ਬਹੁਤੇ ਨਹੀਂ ਤੇ ਚਲੋ ਕੁਛ ਤਾਂ ਇਮਦਾਦ ਦੇਣੀ ਚਾਹੀਦੀ ਹੈ ਨਾ। ਬਿਲਕੁਲ। ਜਿਹੜਾ ਤੁਹਾਡਾ ਹੱਕ ਹੈਗਾ, ਮਤਲਬ ਜਾਇਜ਼ ਤੁਹਾਡਾ ਰਾਈਟ ਹੈਗਾ, ਉਹ ਤੁਹਾਨੂੰ ਨੁਕਸਾਨ ਦੇ ਹਾਂ ਜੀ, ਪੈਸੇ ਵਗੈਰਾ ਮਿਲਣੇ ਚਾਹੀਦੇ। ਕਪੜਾ ਮਕਾਨ ਜੋ ਪੂਰਾ ਬੜਾ ਮਕਾਨ ਖਲਾ ਕਰਨ ਲਈ ਕੋਈ ਹਲੇ जी नाज़रीन, इस वक्त हम मौजूद है कसूर के नवाही गांव रतने वाला में, जहां पर हुकूमत की तरफ से फ्लड रिलीफ कैंप लगा दिया गया है। डॉक्टर साहब इधर मौजूद हैं, आए उनका इंटरव्यू करते हैं और उनसे पूछते हैं किस किस तरह की उनके पास दवाई अवेलेबल है और किस तरह से वो मतलब आवाम के जानवरों का इलाज कर रहे हैं। और ये भी पूछते हैं अब तक उन्होंने कितने जानवरों का इलाज कर लिया है और कौन कौन सी बीमारियां ज्यादा देखी जा रही है। उनकी मेडिसिन अवेलेबल है, गवर्नमेंट ने हमें प्रोवाइड की है। हम डोर टू डोर जाकर जानवरों का इलाज करते हैं। जो कि फार्मर इधर आके हमें बताता है कि हमारे जानवर को ये मसला है, हम उसको जाके फौरन ट्रीटमेंट करते हैं, फ्री ऑफ कॉस्ट करते हैं, किसी से कोई चार्ज नहीं लेते। इधर असल जो होता है ना, हमारी असल ड्यूटी होती है इधर जानवरों को वैक्सीनेशन करने की। गलघोटू की वैक्सीनेशन, वबाई मर्ज होती है, वो हमने ऑलरेडी तमाम इलाके में डोर टू डोर कर दिया है। शायद ही शायद अगर कोई ऐसा फार्मर हो जो घर में ना मिला हो, जो इनकार कर दे, जबरदस्ती लगाया नहीं जाता, वरना हमने तकरीबन तमाम फार्मर ने मेडिसिन लगवाई है गलघोटू की। इसके अलावा हमारे पास हर किस्म की मेडिसिन है। जानवरों को पेट के कीड़े दवाई है, या टिक्स की दवाई है, जानवरों को चिचड़ों की बीमारी आ जाती है, उससे बहुत सारी बीमारियां फैलती हैं, उनका भी हम ट्रीटमेंट करते हैं, फ्री ऑफ कॉस्ट करते हैं। इधर हमारे पास हर किस्म की मेडिसिन गवर्नमेंट ने फ्री प्रोवाइड की है और हम फ्री जाकर डोर टू डोर फार्मर को ये सहूलत दे रहे हैं। इसमें हमारे पास ऐसे ऐसे इंजेक्शन है गवर्नमेंट ने हमें प्रोवाइड किए हैं। ये इंजेक्शन अगर प्राइवेट फार्मर लेगा तो 9,500 का, 9,500 से अबव इसकी कीमत है। ये हमें गवर्नमेंट ने फ्री प्रोवाइड किया और हम फ्री गवर्नमेंट फार्मर को जाके लगवाते हैं। इसके अलावा बहुत सारी बीमारियां आजकल जो हो रही है वो हो रही है टिक्स की, चिचड़ों की। जानवरों को टिक्स बीमारी आ जाती है, उसके लिए हमें गवर्नमेंट ने ये इंजेक्शन अवेलेबल किया है। घर घर जाकर लगाते हैं, जिनके जानवरों को मसला होता है, टिक्स होते हैं, उनको हम लगाते हैं। इसके अलावा बुखार की बेहतरीन किस्म की हमारे पास मेडिसिन पड़ी है, ये ब्यूटाडीन के नाम से बेहतरीन किस्म की मेडिसिन है हमारे पास। गवर्नमेंट ने हमें बहुत अच्छी दवाई दी है और हम घर घर जाकर जानवरों का हर किस्म का ट्रीटमेंट करते हैं। हर किस्म की बीमारी के लिए दवाई इधर अवेलेबल है। खुदा न खास्ता अगर कोई दवाई की कमी बेशी हो तो हमारे एडीएल ऑफिस से फौरन दवाई भेज दी जाती है। जिला कसूर और एडीएल ऑफिस से, डीडीएलओ, तहसील कसूर और एडीएल, इनकी ड्यूटी है हमें फौरन हर किस्म की मेडिसिन प्रोवाइड करने की। ये हमें फौरन देते हैं। आप इधर फार्मर से पूछ ले, फार्मर इंशाल्लाह आपको मुतमिन नजर आएंगे। डंगर ला के आए दरियाओं पारों जी,
ਤਕਰੀਬਨ 15-20 ਡੰਗਰ ਨੇ ਜੀ ਤੇ ਵੈਕਸੀਨ ਡਾਕਟਰ ਸਾਹਿਬ ਨੂੰ ਲੈ ਕੇ ਗਏ ਆ ਤੇ ਵੈਕਸੀਨ ਲਵਾਈ ਹੈ ਜੀ। ਤੇ ਉਹਨਾਂ ਜਾਨਵਰ ਹੈਗੇ ਨੇ, ਛੋਟੇ ਬੱਚੇ ਨੇ ਤੇ ਕੋਈ 2 ਕੁ ਗਾਵਾਂ ਨੇ ਜੀ। ਤੇ ਉਹਨਾਂ ਨੂੰ ਚਿਚੜ ਹੈਗੇ ਸੀ ਤੇ ਉਹ ਡਾਕਟਰ ਸਾਹਿਬ ਕੋਲ ਮੈਂ ਆਇਆ ਜੀ ਤੇ ਉਹਨਾਂ ਮੈਨੂੰ ਦਵਾਈ ਦਿੱਤੀ ਹੈ ਜੀ, ਠੰਡੀ करके लानी है। हाँ जी मुतमईन है जी। नाजरीन, मेरे अकब में अगर आप देख सकें तो हर तरफ पानी ही पानी है। इस पानी के पार एक गांव मौजूद है जहां पर लोग फंसे हुए हैं। ये वो कश्तियां हैं, ये वो लांचे हैं जिनकी मदद से अवाम को वहां से इधर माइग्रेट करवाया जा रहा है। हुकूमत की तरफ से अमदाद दी गई है, लेकिन अमदाद इतनी थोड़ी है कि इतनी थोड़ी लांचों में इतने ज्यादा एरिया को कवर नहीं किया जा सकता। तो अवाम ने अपनी मदद आपके तहत ये कश्तियां तैयार की हैं जिनकी मदद से अवाम उधर से इधर आ रही है। इधर कुछ लोग मौजूद हैं, आए आपकी उनसे बात करवाते हैं और उनसे पूछते हैं उनको किन मुश्किलात का सामना है। हालात बहुत मारे ने, बहुत ज्यादा नुकसान हो गया ने, ठीक है। उस तो अलावा पानी बड़ा ज्यादा आ गया है, ठीक है। ये भी साढ़े कुछ चीजें उधर ने, कोई रिश्तेदार ने, ठीक है, जमीना ने, मकई सी, गंढियां सी वगैरह, उस बाद झोना सी, हजारां करोड़ां लोगों के नुकसान हो गए ने, ठीक है। जिमीदार तो बिल्कुल थले गया चले ना, जिमीदार ना उतार सकते ने। ये मुद्दी ने पानी छोड़कर बहुत नुकसान किया है। हुण असीं आपदे ताए कोल जा रहे हैं, ਉਹ ਸਾਡਾ ਤਾਇਆ, ਹਾਂਜੀ ਉਹ ਤਾਏ ਕੋਲ ਜਾ ਰਹੇ, ਉਹਦੇ ਕੋਈ ਹਾਲਾਤ ਪੁੱਛਣੇ, ਉਹਨੂੰ ਲੈ ਕੇ ਆਣੇ ਵਾਪਸ, ਠੀਕ ਹੈ। ਜਾਨਵਰ ਨੇ ਬਹੁਤ ਜ਼ਿਆਦਾ ਉਧਰ, ਜ਼ਾਹਿਰ ਬਾਤ ਹੈ ਪਾਣੀ ਆਉਂਦਾ ਫਿਰ ਬਿਮਾਰੀਆਂ ਦੇ ਨਾਲ ਆਉਂਦੀਆਂ ਨੇ। ਕਿਤਨੇ ਸਾਲਾਂ ਦਾ ਪਾਣੀ ਰੁਕਿਆ ਹੁੰਦਾ ਹੈ, ਕੀ ਵਿੱਚ ਕੈਮੀਕਲ ਹੁੰਦੇ ਨੇ, ਕੋਈ 100 ਬਿਮਾਰੀ ਆ ਜਾਂਦੀ ਹੈ। ਇੰਨਾ ਜ਼ਿਆਦਾ ਪਾਣੀ ਆਇਆ ਕਿ ਉਧਰੋਂ ਆਲੇ ਜਾਨਵਰ ਕਿਉਂ ਨਹੀਂ ਆ ਰਹੇ, ਤਾਏ ਨੂੰ ਕਿਉਂ ਨਹੀਂ ਇੱਧਰ ਲੱਗੇ। ਤਾਏ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਸੀ ਕਿ ਚੱਲੀਏ ਪਿੱਛਾ, ਤਾਇਆ ਕਹਿੰਦਾ ਕਿ ਨਹੀਂ ਪਾਣੀ ਲੈ ਜਾਏਗਾ, ਕੋਈ ਮਸਲਾ ਨਹੀਂ ਦਾ। लेकिन फिर पानी क्या कि ताया जी हुण तुहानूं घर नहीं पाएगा सानू जी। हां हुण ताई नूं असीं लैण चले, हां जानवर लै के आवांगे। आ बेड़ा है, इहदे नाल गल ते अंदाजे नाल कोई 30-35 तो होणगे ने जानवर। 30 जानवर दा 1000 रुपया देना पैंदा है। बिल्कुल जारी बात है। हुकूमत ने दो हुकूमत ने जो ना कि रेस्क्यू वाले भेजे ने, वो बेड़ियां बिल्कुल छुट्टियां ने, ठीक है। उनके ते माल का बंदोबस्त नहीं होंदा है अच्छा, ठीक है, बड़ा है, उनके जानवर सारे आ जाएंगे। लेकिन हुकूमत कहती थी हम मदद करेंगे, लेकिन नहीं कर रही। जी भाईजान, हमने जानवरों के लिए भी डॉक्टर इधर मुहैया कर दिए हैं। उसके अलावा कश्तियाँ वगैरह हमने पूरी अवेलेबल कर दी हैं, जहाँ पे जो अवामी नुमाइंदे थे उनसे भी हमने हेल्प ली है, और हुकूमत भी की तरफ से भी हमने कश्तियाँ अरेंज की हैं ताकि आवाम को सारी को इस तरफ मुंतकिल किया जा सके और किसी का कोई नुकसान ना हो। और जानवरों की मुकम्मल हिफाजत के लिए हमने इधर डॉक्टर मौजूद हैं, सारे अद्वियात मौजूद हैं। इसके अलावा हमने जो है वो दूसरे इंसानों के लिए भी डॉक्टर मौजूद हैं। खाने का भी पूरा इंतज़ाम किया गया, हुकूमत ने हमारी बड़ी मदद की है और हम बड़ा अच्छा काम कर रहे हैं। जी, ये था गांव रखने वाला, और हमने कोशिश की कि ज़्यादा से ज़्यादा अवाम की मुश्किलात के बारे में आपको बता सकें। और हमने फ्लड रिलीफ कैंप में मौजूद डॉक्टर से भी आपकी बात करवाई और हुकूमती नुमाइंदगान से कि किस तरह वो अवाम की मुश्किलात को कम करने की कोशिश कर रहे हैं। तो आज के लिए इतना ही। दरियाई सतलुज की मज़ीद अपडेट्स के लिए जुड़े रहें हमारे साथ, और हमारे चैनल को लाइक और सब्सक्राइब करना मत भूलें।